सत श्री अकाल जी सारिਆਂ ਨੂੰ ਤੇ उम्मीद करदा ਹਾਂ ਤੁਸੀਂ ਸਾਰੇ ठीक ठाक ਹੋਵੋਗੇ। ਕਰਦੇ ਹਾਂ ਫਿਰ ਅੱਜ ਦੀ ਵੀਡੀਓ ਦੀ ਸ਼ੁਰੂਆਤ। ਵੀਡੀਓ ਦੀ ਸ਼ੁਰੂਆਤ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਵੀਡੀਓ ਹੈਗੀਆਂ ਉਹਨਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਜਲਦੀ ਪਹੁੰਚ ਜਾ ਕਰੇ। ਤੇ ਅੱਜ ਦੀ ਜਿਹੜੀ ਵੀਡੀਓ ਹੈਗੀ ਉਹਦੇ ਵਿੱਚ ਆਪਾਂ ਡੇਅਰੀ ਫਾਰਮ ਦੇ ਰੂਟੀਨ ਵਰਕ ਬਾਰੇ ਗੱਲ ਕਰਾਂਗੇ ਵੀ ਕਿੱਦਾਂ ਕਿੰਨੇ ਵਜੇ ਕੰਮ ਸ਼ੁਰੂ ਹੁੰਦਾ ਹੈ ਤੇ ਕਿੱਦਾਂ ਕਿੱਦਾਂ ਕੰਮ ਚੱਲਦਾ ਸਾਰਾ ਦਿਨ। ਹੁਣ ਤਕਰੀਬਨ 4:45 ਵਜੇ ਦਾ ਟਾਈਮ ਹੋ ਚੁੱਕਾ ਵਾ ਤੇ ਆਪਾਂ ਤਿਆਰੀ ਜਿਹੜੀ ਹੈਗੀ ਉਹ ਸਾਰੀ ਕਰ ਲਈ ਹੈ ਤੇ 5 ਵਜੇ ਚਵਾਈ ਦਾ ਟਾਈਮ ਹੈ ਤੇ 5 ਵਜੇ ਆਪਾਂ ਨੈਟ 5 ਵਜੇ ਆਪਾਂ ਗਾਵਾਂ ਚੋਣ ਲੱਗ ਜਾਣਾ ਹੈ ਤੇ ਦਿਖਾਉਣੇ ਆ ਫਿਰ ਤੁਹਾਨੂੰ ਕਿੱਦਾਂ ਕਿੱਦਾਂ ਗਾਵਾਂ ਚੋਣੇ ਤੇ ਕਿੱਦਾਂ ਕਿੱਦਾਂ ਸਾਰਾ ਦਿਨ ਇਸ ਕੰਮ ਨੂੰ ਬੈਲੈਂਸ ਕਰਦੇ ਹਾਂ। ਬਣੇ ਰਹੋ ਵੀਡੀਓ ਦੇ ਵਿੱਚ। ਚਵਾਈ ਦਾ ਕੰਮ ਤਾਂ ਹੋ ਗਿਆ ਕੰਪਲੀਟ ਤੇ ਹੁਣ ਇਸ ਤੋਂ ਬਾਅਦ ਪਾਵਾਂਗੇ ਸਾਈਲੇਜ। ਲਓ ਵੀ ਚਾਹ ਚੂ ਪੀ ਕੇ ਤੇ ਆਪਾਂ ਹੁਣ ਕਰਨ ਲੱਗੇ ਹਾਂ ਸਾਈਲੇਜ ਦੀ ਤਿਆਰੀ। ਜਿੱਥੇ ਕਿਤੇ ਉੱਲੀ ਹੁੰਦੀ ਆ ਤੇ ਉੱਲੀ ਨੂੰ ਕੱਢ ਲੈਣਾ ਚਾਹੀਦਾ ਕਿਉਂਕਿ ਉੱਲੀ ਦੇ ਬਹੁਤ ਜ਼ਿਆਦਾ ਨੁਕਸਾਨ ਹੁੰਦੇ ਫਿਰ ਜਾ ਕੇ ਉੱਪਰ ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਉੱਲੀ ਲਗਭਗ ਆ ਹੀ ਜਾਂਦੀ ਆ। ਉੱਲੀ ਦੇ ਨਾਲ ਫਿਰ ਮਸਟਾਈਟਸ ਦੀ ਪ੍ਰੋਬਲਮ ਆ ਜਾਂਦੀ ਆ। ਰਿਪੀਟ ਵੀ ਗਾਵਾਂ ਕਈ ਵਾਰ ਕਰ ਜਾਂਦੇ, ਜੇ ਆਈ ਚੱਲ ਰਹੀ ਹੈ ਰਿਪੀਟ ਵੀ ਕਰ ਜਾਂਦੀਆਂ ਵਾ। ज़्यादा ओली का बॉट भी कर चांस बन जाते हैं बॉट के भी। तो
ਉੱਲੀ ਦਾ ਚਾਰ ਵਿੱਚੋਂ ਕੱਢਿਆ ਹੋਣਾ ਬਹੁਤ ਜ਼ਰੂਰੀ ਹੈ। ਸਾਈਡਾਂ 'ਤੇ ਜਾਂ ਉੱਪਰ ਪੰਨੇ ਦੇ ਕੋਲ ਕਿਤੇ ਨਾ ਕਿਤੇ ਉੱਲੀ ਆ ਜਾਂਦੀ ਹੈ। ਅਤੇ ਚਾਰ ਦੀ ਜਿਹੜੀ ਕਟਾਈ ਹੈਗੀ ਆ ਉਹ ਪੂਰੀ ਬਰਾਬਰ ਹੋਣੀ ਚਾਹੀਦੀ ਹੈ ਵੀ ਇੰਨੀ ਕੁ ਚੜਾਈ ਦੇ ਵਿੱਚ ਚਾਰ ਪਾਇਆ ਹੋਣਾ ਚਾਹੀਦਾ ਹੈ ਕਿ ਜਿੰਨੀ ਆਪਾਂ ਰੋਜ਼ ਉਹਦੀ ਬਰਾਬਰ ਤੈਅ ਲਾ ਸਕੀਏ। ਡੇਲੀ ਉਹਨੂੰ ਅੱਗੋਂ ਪੂਰਾ, ਜਿਵੇਂ ਹੁਣ ਇਹ 4 ਉਂਗਲਾਂ ਲਾ ਰਹੇ ਹਾਂ, ਇਹ 4 ਉਂਗਲਾਂ ਲਾਉਣਾ ਇੰਨਾ ਅੱਗੋਂ ਡੇਲੀ ਦੇ ਡੇਲੀ ਲਾਉਣਾ ਬਹੁਤ ਜ਼ਰੂਰੀ ਹੁੰਦਾ। ਉਹਦੇ ਨਾਲ ਕੀ ਹੈ, ਫਿਰ ਉੱਲੀ ਨਹੀਂ ਆਉਂਦੀ। ਉੱਲੀ ਦੇ ਜੇ ਆਪਾਂ ਨਾ ਲਾਵਾਂਗੇ ਤਾਂ ਫਿਰ ਉੱਲੀ ਆ ਜਾਂਦੀ ਹੈ, ਫਿਰ ਸਾਰਾ ਚਾਰ ਖਰਾਬ ਹੋ ਜਾਂਦਾ। ਵਿੱਚ ਵੀ ਜੇ ਕਿਤੇ ਪੱਟ 'ਤੇ ਪਟਾਉਂਦੇ ਕਿਤੇ ਉੱਲੀ ਤੁਹਾਨੂੰ ਦਿਖਦੀ ਹੈ ਅਤੇ ਉਹ ਉੱਲੀ ਨੂੰ ਉਸੇ ਟਾਈਮ ਬਾਹਰ ਕੱਢ ਦੇਣਾ ਚਾਹੀਦਾ ਵਾ।
ਸਾਈਲੇਜ ਤਾਂ ਗਿਆ ਪੈ ਤੇ ਹੁਣ ਸਾਫ ਸਫਾਈ ਕਰਦੇ ਆ। ਇਹ ਇੱਥੇ ਸੰਗਲ ਤਾਂ ਵੱਲ ਦਈਦਾ ਵੀ ਇਹ ਜਿਹੜਾ ਧੱਕਾ ਮਾਰ ਕੇ ਤੇ ਅਰਲ ਕੱਢ ਦਿੰਦੀਆਂ ਵਾ। ਸੰਗਲ ਦੇ ਨਾਲ ਫਿਰ ਥੋੜ੍ਹੀ ਮਜ਼ਬੂਤੀ ਆ ਜਾਂਦੀ ਹੈ, ਨਹੀਂ ਤਾਂ ਭੱਜਦੇ ਕਈ ਨਾ ਭਿੜਦੀਆਂ ਫਿਰ ਧੱਕਾ ਮਾਰ ਕੇ ਤੇ ਅਰਲ ਖੁੱਲ੍ਹ ਜਾਂਦਾ ਫਿਰ। ਇੱਕ ਕੰਮ ਕਰਦੇ ਵਿੱਚ ਗਾਵਾਂ ਦਾ ਹੀ ਐਂ ਧਿਆਨ ਰੱਖਣਾ ਪੈਂਦਾ। ਹੁਣ ਜਿਵੇਂ ਆਹ ਗਾਂ ਢਿੱਲੀ ਬੈਠੀ ਹੈ, ਇਹ ਸੁਬਾਹ ਦੀ ਐਂ ਹੀ ਬੈਠੀ ਹੈ, ਇਹਨੂੰ ਕੋਈ ਨਾ ਕੋਈ ਪ੍ਰੋਬਲਮ ਹੈਗੀ ਆ, ਦਿੱਕਤ ਚੈੱਕ ਕਰਦੇ ਆ ਇਹਨੂੰ ਕੀ ਪ੍ਰੋਬਲਮ ਆ। ਚੱਲ ਉੱਠ ਤਾਂ ਉੱਠ 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 ਛਾਵਾ ਉੱਠ 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 ਤਾਂ ਉੱਠ ਵੀਕਨੈਸ ਬਹੁਤ ਆਈ ਪਈ। ਕੀ ਹੈ ਚਲਾ ਗੋਹੇ ਵਾਲਾ ਸ਼ੱਕ ਤਾਂ ਹੋ ਗਿਆ ਦੂਰ, ਵੀ ਗੋਹਾ ਤਾਂ ਕਰ ਰਹੀ ਹੈ, तो गोवा कार भी बहुत सही गोवा रही है। सब तो पहला ਇਹਦਾ ਬੁਖਾਰ ਚੈੱਕ ਕਰਦੇ ਹਾਂ। लो पेशाब भी कर रही है। बस
ਬੁਖਾਰ ਤਾਂ ਬਿਲਕੁਲ ਨਾਰਮਲ 102 ਟੈਂਪਰੇਚਰ ਹੈ। ਕੰਨ ਵੀ ਬਿਲਕੁਲ ਠੀਕ ਨੇ। ਹੱਥ ਵੀ ਠੀਕ ਹੈ। ਬੁਖਾਰ ਤਾਂ ਨਹੀਂ ਹੈਗਾ ਗਾ ਉਹਨੂੰ, ਪਰ ਇਹਦੇ ਨਾਲ ਸ਼ਾਇਦ ਰਿਊਮਨ ਦੀ ਦਿੱਕਤ ਆ ਰਹੀ ਹੈ। ਰਿਊਮਨ ਘੱਟ ਕੰਮ ਕਰ ਰਿਹਾ। ਸਾਈਲੇਜ ਵੀ ਉਹਨਾਂ ਖੁੱਲ੍ਹ ਕੇ ਖਾ ਹੀ ਨਹੀਂ ਰਹੀ। ਚਲੋ ਡਾਕਟਰ ਦੀ ਸਲਾਹ ਲੈਂਦੇ ਹਾਂ, ਡਾਕਟਰ ਸਾਹਿਬ ਕੀ ਕਹਿੰਦੇ ਨੇ। ਇੱਕ ਜਦੋਂ ਆਪਾਂ ਫਾਰਮ ਦਾ ਕੰਮ ਕਰ ਰਹੇ ਹੁੰਦੇ ਨੇ ਤਾਂ ਕੰਮ ਦੀ ਸੈਟਿੰਗ ਆਪਾਂ ਖੁਦ ਦੇਖਣੀ ਹੁੰਦੀ ਆ ਵੀ ਕਿਹੜਾ ਕੰਮ ਪਹਿਲਾਂ ਕਰਨ ਵਾਲਾ ਕਿਹੜਾ ਕੰਮ ਬਾਅਦ 'ਚ ਕਰਨ ਵਾਲਾ। ਕਿਉਂਕਿ ਇਹ ਗਾਵਾਂ ਨੇ ਜੋ ਆਪਾਂ ਨੂੰ ਬੋਲ ਕੇ ਦੱਸਣਾ ਨਹੀਂ ਗਾ, ਇਹਨਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਜਿਹੜੇ ਜੋ ਵੀ ਇਹਨਾਂ ਨੂੰ ਦੁੱਖ ਤਕਲੀਫ ਉਹ ਆਪਾਂ ਖੁਦ ਸਮਝਣੀ ਆ ਇਹਨਾਂ ਨੂੰ ਦੇਖ ਕੇ। ਜੇ ਪਹਿਲਾਂ ਗੋਹਾ ਚੱਕਣ ਲੱਗ ਗਿਆ ਸੀਗਾ ਦੇ ਵਿੱਚ ਗੋਹਾ ਚੱਕਦਿਆਂ ਵੀ ਮੈਨੂੰ ਪਤਾ ਲੱਗ ਗਿਆ ਵੀ ਗਾਂ ਦੀ ਐਕਟੀਵਿਟੀ ਦੇਖੀ ਵੀ ਐਕਟੀਵਿਟੀ ਸਲੋ ਸੀਗੀ ਅਤੇ ਗਾਂ ਦਾ ਸਾਰਾ ਟੈਂਪਰੇਚਰ ਚੈੱਕ ਕਰਕੇ ਡਾਕਟਰ ਨਾਲ ਸਲਾਹ ਕਰਕੇ ਅਤੇ ਜੋ ਇਹਦਾ ਬਣਦਾ ਟਰੀਟਮੈਂਟ ਉਹ ਇਹਨੂੰ ਦਿੱਤਾ ਵਾ। ਅਤੇ ਜੇ ਮੈਂ ਗੋਹਾ ਪੂਰਾ ਚੱਕ ਕੇ ਫਿਰ ਇਹਦਾ ਟਰੀਟਮੈਂਟ ਕਰਦਾ ਤਾਂ ਜੇ 2.5-3 ਘੰਟੇ ਪੈ ਜਾਣੇ ਸੀਗੇ। ਇਹਨੇ 'ਚ ਗਾਂ ਨੂੰ ਹੋਰ ਵੀਕਨੈਸ ਆਉਂਦੀ ਸੀ। ਚਲੋ ਹੁਣ ਆਪਾਂ ਦਾ ਬਣਦਾ ਟਰੀਟਮੈਂਟ ਇਹਦਾ ਗਾਂ ਦਾ ਕਰਤਾ ਵਾ ਅਤੇ ਹੁਣ ਤਕਰੀਬਨ ਕੋਈ ਅੱਧੇ ਪੌਣੇ ਘੰਟੇ ਦੇ ਅੰਦਰ ਗਾਂ ਜਿਹੜੀ ਗਾਲਾ ਪੈ ਜੂਗੀ ਅਤੇ ਛੇਤੀ ਰਿਕਵਰ ਹੋ ਜੂਗੀ ਫਿਰ।
ਆਪਣਾ ਸਾਫ ਸਫਾਈ ਦਾ ਕੰਮ ਤਾਂ ਜਿਹੜਾ ਹੈਗਾ ਉਹ ਤਾਂ ਕੰਪਲੀਟ ਹੋ ਗਿਆ ਤੇ ਜਿਹੜੀ ਗਾਂ ਦਾ ਆਪਾਂ ਟ੍ਰੀਟਮੈਂਟ ਕੀਤਾ ਸੀਗਾ ਤੇ ਉਹ ਵੀ ਹੁਣ ਠੀਕ ਹੋ ਗਈ ਆ, ਗਾਲਾਂ ਪੈ ਗਈ ਆ। ਤੇ ਮੈਂ ਬੈਕ ਕੈਮਰਾ ਕਰਕੇ ਤੁਹਾਨੂੰ ਦਿਖਾਉਣਾ। ਇਹ ਹੁੰਦੇ ਸਾਡੇ ਪਰਲੇ ਬੰਨੇ ਉਹ ਗਾਂ ਬੈਠੀ ਹੋਈ ਹੈ ਤੇ ਉਹ ਬੈਠੀ ਉਹ ਗਾਂ ਗਾਲਾਂ ਕਰ ਰਹੀ ਹੈ। ਹੁਣ ਗਾਂ ਅੱਗੇ ਨਾਲੋਂ ਹੈ ਤਾਂ ਥੋੜੀ ਜੀ ਸੁਸਤ ਹੈ, ਪਰ ਗਾਲਾਂ ਕਰਨ ਲੱਗ ਪਈ। ਹੁਣ ਹੌਲੀ ਹੌਲੀ ਇਹਦਾ ਫਰਕ ਪੈ ਜਾਊਗਾ। ਰਿਮਨ ਦੀ ਪ੍ਰੋਬਲਮ ਹੀ ਸੀਗੀ ਉਹਨੂੰ, ਤੇ ਉਹ ਹੁਣ ਹੌਲੀ ਹੌਲੀ ਇਹਦੇ ਨਾਲ ਗਾਲਾਂ ਪੱਟ ਲਿਆ ਨੇ ਤੇ ਹੌਲੀ ਹੌਲੀ ਇਹ ਪ੍ਰੋਬਲਮ ਜਿਹੜੀ ਹੈਗੀ ਆ ਉਹ ਕਵਰ ਹੋ ਜਾਏਗੀ। ਇਹੀ ਗੱਲ ਹੁੰਦੀ ਹੈ ਕਿ ਗਾਂ ਦੀਆਂ ਜੇ ਆਪਾਂ ਨੂੰ ਸਹੀ ਟਾਈਮ 'ਤੇ ਗਾਂ ਦਾ ਆਪਾਂ ਨੂੰ ਬਿਮਾਰੀ ਦਾ ਪਤਾ ਲੱਗ ਜਾਵੇ ਤੇ ਉਹਦਾ ਇਲਾਜ ਸਹੀ ਟਾਈਮ 'ਤੇ ਹੋ ਜਾਵੇ ਤੇ ਫਿਰ ਆਪਾਂ ਨੂੰ ਕੋਈ ਖਾਸ ਵੱਡੀ ਦਿੱਕਤ ਨਹੀਂ ਆਉਂਦੀ ਇਸ ਕੰਮ ਦੇ ਵਿੱਚ। ਜੇ ਸਹੀ ਟਾਈਮ 'ਤੇ ਆਪਾਂ ਇਲਾਜ ਹੀ ਨਾ ਕਰ ਸਕਾਂਗੇ ਤੇ ਫਿਰ ਇਹਦੇ ਵਿੱਚ ਮੁਸ਼ਕਲਾਂ ਜਿਹੜੀਆਂ ਉਹ ਆ ਜਾਂਦੀਆਂ ਨੇ। ਤੇ ਇਸ ਦੇ ਨਾਲ ਹੀ ਫਿਰ ਆਪਾਂ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਵੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ। ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਜਲਦੀ ਪਹੁੰਚ ਜਾ ਸਕਣ। ਧੰਨਵਾਦ ਜੀ।